तुमरी महिमा वर्ण ना साकूं, तू ठाकुर ऊच भगवाना। तुमरी महिमा वर्ण ना साकूं, तू ठाकुर ऊच भगवाना। सतनाम वाहिगुरु साहिब जियो। सूही महला पंजवा, गुर अपने ऊपर बल जाइए। आठ पहर हर हर जस गाइए, गुर अपने ऊपर बल जाइए। आठ पहर हर हर जस गाइए। सिमरो सो प्रभ अपना स्वामी, सगल कटां का अंतर जामी। रहा चरण कमल स्यों लागी प्रीत, साची पूरन निर्मल रीत। संत प्रसाद वसै मन माही, जन्म जन्म के किल विख जाही। कर कृपा प्रभ दीन दयाला, नानक मांगै संतर वाला। कर कृपा प्रभ दीन दयाला, नानक मांगै संतर वाला। वाहिगुरु जी का खालसा, वाहिगुरु जी की फतेह। जुगो जुग अटल शब्द सतगुरु धन धन गुरु ग्रंथ साहिब जी। दातार पिता अकाल पुरख वाहिगुरु अपर अपार मेहरामत, उस कायनात सिरजक जर्रे जर्रे च मौजूद हस्ती ओमकार स्वरूप दी असी मानवी जीवन दीयां घड़ियां मान रहे हैं। शाम के समय गुरुद्वारा साहब के दीवान चल रहे हैं। आप टैलीविजन राही, सोशल मीडिया राही, दूर दराज कहना चाहिए ऑल ओवर द ग्लोब तुसी इस चीज़ को मान रहे हो। अजे हुणे गुरबाणी कीर्तन समापन होया है। हुण समा बनिया गुरशबद की व्याख्या दे नाल असीं हार्दिक सांझ पावांगे। अज इस व्याख्या गोचरे जो शब्द सानू प्राप्त है सूही राग विचों गुरु अर्जन साहब का ही उचरित किया चौपदियां का बचन। अक्सर आप हुक्मनामे के रूप में भी इस बचन स्रोत करते हो। विचार की प्रारंभता मुख सुनेहे तो करते हैं, रहाव दे बंद तो। साहब जिक्र कर रहे ने इस पावन पदे दे विच, सिमरो सो प्रभ अपना स्वामी, सगल कटा का अंतर जामी। रहा सिमरो सो प्रभ अपना स्वामी। गुरबाणी दे विच मनुख की स्मृति, मनुख की जो उहदे अंदर चल रहा लगातार विचारक मंथन है, जो ख्यालों का सारे का सारा अंदर उठा पटक हो रही है, जिन्होंने असीं थॉट प्रोसैस कहने हैं।
ਇਹਦੇ ਉੱਤੇ ਮਹਾਰਾਜ ਨੇ ਬੜਾ ਐਮਫਸਾਈਜ਼ ਕੀਤਾ ਹੈ ਤੇ ਦੱਸਿਆ ਆ ਕਿ ਬੰਦੇ ਬਾਹਰ ਦੀ ਦੁਨੀਆ, ਸੰਸਾਰ ਆਲਾ ਦੁਆਲਾ, ਜਾਂ ਤੇਰੇ ਵਿੱਚੋਂ ਨਿਕਲਣ ਵਾਲਾ ਹਰ ਅਮਲ, ਹਰ ਕਰਮ, ਹਰ ਐਕਟ, ਇਹ ਚੇਂਜ ਹੋ ਸਕਦਾ, ਇਟ ਕੈਨ ਬੀ ਚੇਂਜਡ, ਬਟ ਨਥਿੰਗ ਐਲਸ ਕੈਨ ਸਪੋਰਟ ਓਵਰ ਹੇਅਰ ਐਕਸੈਪਟ ਯੂਰ ਓਨ ਥਾਟ ਪ੍ਰੋਸੈਸ। ਤੇਰੇ ਆਪਣੇ ਥਾਟ ਪ੍ਰੋਸੈਸ ਨੇ ਹੀ ਇਸ ਸਾਰੇ ਨੂੰ ਸ਼ੇਪ ਦੇਣੀ। ਇਹੀ ਸਿਮਰਨ ਹੈ। ਜੇ ਕਿਸੇ ਤਰੀਕੇ ਦੇ ਨਾਲ ਵੀ ਬੰਦੇ ਨੇ ਤਬਦੀਲ ਹੋਣਾ ਹੈ, ਬਦਲਾਅ ਵਿੱਚ ਆਉਣਾ ਹੈ, ਤੇ ਭਾਈ ਅੰਦਰ ਦੀਆਂ ਸਮ੍ਰਿਤੀਆਂ, ਖਿਆਲਤਾਈਆਂ, ਅੰਦਰ ਚੱਲ ਰਹੀ ਸਾਰੀ ਦੁਨੀਆ ਵਿਚਾਰਾਂ ਦੀ, ਉਹਦੀ ਤਬਦੀਲੀ ਹੋਣੀ ਬੜੀ ਜ਼ਰੂਰੀ ਹੈ। ਉਹ ਬਦਲਾਅ ਹੋਏਗਾ ਤਾਂ ਬਾਹਰ ਬਦਲਾਅ ਹੋਏਗਾ। ਇਹਨੂੰ ਮਾਡਰਨ ਪਰਸਪੈਕਟਿਵ ਵਿੱਚ ਐਗਜ਼ਾਮਪਲ ਕਰਨੀ ਹੋਏ ਤਾਂ ਇਸ ਤਰ੍ਹਾਂ ਕਹਿ ਲਓ ਕਿ ਜਿਵੇਂ ਤੁਸੀਂ ਕੋਈ DVD ਪਲੇਅਰ ਆ ਅਤੇ ਉਹਦੇ ਤੋਂ ਸਿਗਨਲ ਲੈ ਕੇ ਇੱਕ TV ਸਕਰੀਨ ਤੇ ਕੁਛ ਚੀਜ਼ ਡਿਸਪਲੇ ਹੋ ਰਹੀ ਹੈ, ਕੁਛ ਉਹਦੇ 'ਚ ਤੁਸੀਂ ਉਹਨੂੰ ਵੇਖ ਰਹੇ ਹੋ। ਜੋ ਕੁਛ ਉਸ CD ਦੇ ਵਿੱਚ, CD ਪਲੇਅਰ ਦੇ ਵਿੱਚ ਐਜ਼ ਏ ਉਹਦੇ ਅੰਦਰ ਇਨਪੁੱਟ ਕੀਤਾ ਗਿਆ, ਇਨਸਰਟ ਕੀਤਾ ਗਿਆ, ਉਹਦੇ 'ਚ ਪਾਇਆ ਗਿਆ, ਉਹੀ ਚੀਜ਼ ਜਿਹੜੀ ਹੈ ਸਹੀ ਰੂਪ ਵਿੱਚ ਕਿਹਾ ਜਾਏ ਤਾਂ ਸਕਰੀਨ 'ਤੇ ਆ ਰਹੀ ਹੈ। ਤੁਸੀਂ ਸਕਰੀਨ ਦੇ ਉੱਤੇ ਆ ਰਿਹਾ ਵਿਜ਼ਨ, ਆ ਰਿਹਾ ਵਿਊ, ਉਹ ਚੇਂਜ ਕਰਨਾ ਚਾਹੁੰਦੇ ਹੋ, ਫਿਰ ਡੈਫੀਨੇਟਲੀ ਜਿਹੜੀ ਉਹ ਬੇਸ ਲਾਈਨ ਹੈ, ਜਿਹੜੀ ਉਹ CD ਹੈ, ਜਿਹੜਾ ਉਹਦਾ ਜਿਹੜੀ ਰੂਟ ਹੈ ਉਹ ਸਾਰੇ 'ਚੋਂ, ਉਹਨੂੰ ਤੁਹਾਨੂੰ ਚੇਂਜ ਕਰਨਾ ਪਏਗਾ। ਸੋ ਇਹੋ ਚੀਜ਼ ਮਾਨਵੀ ਜੀਵਨ ਦੇ ਵਿੱਚ ਆ। ਅਕਸਰ people have different kind of complaints all the time. Some are saying they have stress issues, some are saying they are overworried, some are saying they are under kind of an anxiety, they are living under depression and so many other things. ਇਹ ਸਾਰੇ ਦੇ ਪਿੱਛੇ ਕੀ ਹੈ? ਅੰਦਰ ਦੇ ਵਿਚਾਰ, ਖਿਆਲ, ਸੋਚਾਂ ਦਾ ਮੰਡਲ ਸਭ ਚੱਲ ਰਿਹਾ ਹੈਗਾ। ਅਸੀਂ ਸਾਈਨ ਐਂਡ ਸਿੰਪਟਮਸ ਬਾਰੇ ਗੱਲ ਕਰ ਰਹੇ ਹਾਂ। ਅਸੀਂ ਗੱਲ ਕਰ ਰਹੇ ਹਾਂ ਕੋਈ ਬੰਦਾ ਬੜਾ ਜਿਹੜਾ ਹੈਗਾ ਫਿਕਰਮੰਦ ਆ, ਅਤੇ ਫਿਕਰਮੰਦ ਹੋਣ ਕਰਕੇ ਉਹਨੂੰ ਨੀਂਦ ਨਹੀਂ ਆ ਰਹੀ, ਭੁੱਖ ਨਹੀਂ ਲੱਗ ਰਹੀ, ਉਹਦਾ ਬਲੱਡ ਪ੍ਰੈਸ਼ਰ ਹਾਈ ਜਾਂ ਲੋ ਜਾ ਰਿਹਾ ਹੈਗਾ, ਉਹਨੂੰ ਕਿਸੇ ਅਲਸਰ ਦਾ ਪ੍ਰੋਬਲਮ ਆ ਰਹੀ ਹੈ, ਉਹਦੇ ਅੰਦਰ ਕਿਸੇ ਕਿਸਮ ਦੀ ਐਸੀਡਿਟੀ ਬਣ ਰਹੀ ਹੈ, ਕੈਮੀਕਲਸ ਰਿਐਕਟ ਕਰ ਰਹੇ ਨੇ ਗਲਤ ਤਰੀਕੇ ਨਾਲ ਬਾਡੀ 'ਤੇ, ਸਭ ਚੀਜ਼ਾਂ ਡਿਫਰੈਂਟ ਵੇ ਨਾਲ। ਦੋਜ਼ ਆਰ ਆਲ ਸਾਈਨ ਐਂਡ ਸਿੰਪਟਮਸ। ਇਹਦੇ ਪਿੱਛੇ ਕੋਈ ਫਿਜ਼ੀਕਲ ਰੀਜ਼ਨ ਮੋਸਟਲੀ ਨਹੀਂ ਹੁੰਦੇ। ਕਈ ਵਾਰੀ ਰੀਜ਼ਨ ਕੀ ਹੈ? ਵਰੀਡ ਹੋਣਾ, ਫਿਕਰਮੰਦ ਹੋਣਾ, ਚਿੰਤਾਤੁਰ ਹੋਣਾ। ਫਿਰ ਇਹਦੇ ਹੋਰ ਪਿੱਛੇ ਬਹੁਤ ਸਾਰੇ ਰੀਜ਼ਨ ਹੋ ਸਕਦੇ ਨੇ। ਕ੍ਰੋਧਾ ਬਿਰਤੀ ਹੋਣੀ, ਗਸੈਲ ਬਿਰਤੀ ਹੋਣੀ, ਕਿਸੇ ਚੀਜ਼ ਤੋਂ ਸੈਟਿਸਫਾਈਡ ਨਾ ਹੋਣਾ, ਉਹਦੇ ਬਾਰੇ ਅੰਦਰ ਲਗਾਤਾਰ ਕੰਪਲੇਨਸ ਚੱਲਣੀਆਂ। ਇਹ ਸਭ ਚੀਜ਼ਾਂ ਜਿਹੜੀ ਸਾਡੀ ਸਮ੍ਰਿਤੀ ਦਾ ਹਿੱਸਾ ਨੇ। ਹੁਣ ਇਸ ਸਾਰੇ ਦੇ ਵਿੱਚ ਤੇ ਇਹ ਹਕੀਕਤ ਆ, ਸੁਬਾਹ ਤੋਂ ਸ਼ਾਮ ਤੱਕ ਤੁਸੀਂ ਦੇਖੋਗੇ ਅਸੀਂ ਆਪਣੀ ਮਨ ਮਰਜ਼ੀ ਲੋਚਦੇ ਹਾਂ, ਮਨ ਮਰਜ਼ੀ ਨਹੀਂ ਹੁੰਦੀ। ਜਦੋਂ ਨਹੀਂ ਹੁੰਦੀ, ਜੋ ਮਨ ਚਾਹੁੰਦਾ ਸੀਗਾ ਉਹ ਨਹੀਂ ਉਸ ਰੂਪ ਵਿੱਚ ਵਾਪਰਿਆ, ਤੇ ਅੰਦਰ ਦੀ ਦੁਨੀਆ ਉਹ ਛਟਪਟਾਉਂਦੀ ਹੈ। ਜਿਹੜੇ ਅੰਦਰ ਖਿਆਲਾਂ ਦੇ ਲਗਾਤਾਰ ਬਬਲਸ ਪੌਪਅਪ ਹੁੰਦੇ ਨੇ, ਉਹਨਾਂ ਦੀ ਆਮਦ ਹੁੰਦੀ ਹੈ। ਉਹ ਵਨ ਬਾਏ ਵਨ ਲਗਾਤਾਰ, ਜਿਹਨੂੰ ਕਿਹਾ ਜਾਏ ਕਿ ਮੁਸਲਸਲ ਲਗਾਤਾਰ ਉਹਨਾਂ ਦੇ ਵਿੱਚ ਜਿਹੜਾ ਕੰਟੀਨਿਊਸਲੀ ਉਹ ਚੀਜ਼ ਜਿਹੜੀ ਵੱਧਦੀ ਤੁਰੀ ਲੱਗੀ ਜਾਂਦੀ ਹੈ। ਅਤੇ ਸਾਰੇ ਦੇ ਇਸ਼ੂ ਦੇ ਨਾਲ ਬੰਦੇ ਦਾ ਜਿਹੜਾ ਜੀਵਨ ਦੇ ਵਿੱਚ ਜੋ ਕੁਝ ਘਟਤ ਹੋ ਰਿਹਾ ਹੈਗਾ, ਉਹ ਸਾਰੇ ਨੂੰ ਠੀਕ ਕਰਨਾ, ਉਹ ਸਾਰੇ ਨੂੰ ਚੰਗਾ ਕਰਨਾ, ਵਧੀਆ ਬਣਾ ਸਕਣਾ, ਉਹ ਤਾਂ ਬੜੀ ਦੂਰ ਦੀ ਗੱਲ ਹੋ ਗਈ। ਬੰਦਾ ਤਾਂ ਉਹਨੂੰ ਸਵੀਕਾਰਨ ਲਈ ਵੀ ਤਿਆਰ ਨਹੀਂ ਹੁੰਦਾ, ਐਕਸੈਪਟ ਕਰਨ ਲਈ ਵੀ ਤਿਆਰ ਨਹੀਂ ਹੁੰਦਾ। ਫਿਰ ਇੱਕ ਅਜੀਬ ਹਾਲਤ ਬਣਦੀ ਹੈ। ਜਿੱਥੇ ਰਹਿ ਰਿਹਾ, ਜਿੱਥੇ ਜੀ ਰਿਹਾ, ਜਿੱਥੇ ਸਭ ਕਾਸੇ 'ਚ ਅਪਣਾ ਰਿਹਾ, ਉੱਥੇ ਰਹਿਣਾ ਨਹੀਂ ਚਾਹੁੰਦਾ। ਜਿੱਥੇ ਜਾਣਾ ਚਾਹੁੰਦਾ, ਜੋ ਅਪਣਾਉਣਾ ਚਾਹੁੰਦਾ, ਉਹ ਹੋ ਨਹੀਂ ਰਿਹਾ। ਸੋ ਮਿਸਮੈਚ ਹੋ ਗਿਆ। ਇੱਥੋਂ ਜਾ ਕੇ ਫਿਰ ਬੰਦੇ 'ਚ ਫਰਸਟ੍ਰੇਸ਼ਨ ਜਿਹੜੀ ਹੈ ਐਕਚੁਅਲ ਲੈਵਲ 'ਤੇ ਉਹ ਫਿਰ ਡਿਫਰੈਂਟ ਡਿਸਆਰਡਰਸ ਦੇ ਚੇਂਜ ਜਿਹੜੀ ਕਨਵਰਟ ਹੁੰਦੀ ਹੈ।
ਹੁਣ ਅਸੀਂ ਬੁਨਿਆਦੀ ਤਲ ਤੈਨੂੰ ਲੈ ਆਉਂਦੇ ਹਾਂ ਉਸ ਰੂਪ ਦੇ ਵਿੱਚ। ਬਾਣੀ ਚੋਂ ਕੁਝ ਬਚਨ ਲਿਆਵਾਂ। ਮਹਾਰਾਜ ਨੂੰ ਪੁੱਛੀਏ, ਮਹਾਰਾਜ ਜਦੋਂ ਅੰਦਰ ਦੀ ਮਰਜ਼ੀ ਬਾਹਰ ਨਹੀਂ ਪੁੱਗਦੀ ਤੇ ਫਿਰ ਕੀ ਹਾਲਤ ਬਣਦੀ ਹੈ? ਬਾਬਾ ਜੀ ਬਿਆਨ ਕਰਦੇ, ਜੀੜਾ ਅਗਨ ਬਰਾਬਰ ਤਪੈ ਭੀਤਰ ਵਗੈ ਕਾਂਤੀ। ਆਹ ਹਾਲਤ ਹੁੰਦੀ ਹੈ, ਅਗਨ ਬਰਾਬਰ ਤਪੈ। ਅੰਦਰ ਜਿਵੇਂ ਭਾਂਬੜ ਮੱਚਦੇ ਨੇ, ਇਹ ਭਾਂਬੜ ਵਿਚਾਰਾਂ ਦੇ ਨੇ, ਖਿਆਲਾਂ ਦੇ ਨੇ, ਸੋਚਾਂ ਦੇ ਨੇ। ਉਸ ਰੂਪ ਦੇ ਵਿੱਚ ਬੰਦੇ ਦੇ ਅੰਦਰ ਲਗਾਤਾਰ ਉਹ ਸੇਕ ਬਲ ਰਿਹਾ ਉਸ ਰੂਪ ਦੇ ਅੰਦਰ। ਈਵਨ ਅੱਜ ਦੀ ਦੁਨੀਆ 'ਚ ਆ ਜਾਈਏ, ਕਿਸੇ ਦਾ ਮੁਸਲਸਲ ਸਿਰ ਦੁਖਦਾ ਆ, ਕਿਸੇ ਨੂੰ ਜਿਵੇਂ ਮਾਈਗ੍ਰੇਨ ਵਰਗੇ ਇਸ਼ੂਜ਼ ਜਿਹੜੇ ਨੇ ਅਸੀਂ ਲੈ ਲੈਂਦੇ ਹਾਂ। ਐਕਚੁਅਲ ਲੈਵਲ 'ਤੇ ਜੇ ਤੁਸੀਂ ਦੇਖੋਗੇ ਤਾਂ ਮਾਈਗ੍ਰੇਨ ਦੇ ਲੋਕ ਕਹਿਣਗੇ ਸ਼ਾਇਦ ਡਾਇਗਨੋਸਿਸ ਲੇਟ ਆਏ ਨੇ, ਪਰ ਜੇ ਡੀਪ ਲੈਵਲ 'ਤੇ ਦੇਖਿਆ ਜਾਏ ਤਾਂ ਡਾਇਗਨੋਸਿਸ ਵੀ ਉਦੋਂ ਹੀ ਆ ਰਹੇ ਨੇ ਜਦੋਂ ਦੁਨੀਆ 'ਚ ਅਸੀਂ ਇੱਕ ਅਜੀਬ ਤਰ੍ਹਾਂ ਦੀ ਹਾਲਤ ਬਣਾ ਲਈ ਜੀਣ ਵਾਲੀ। ਬੰਦੇ ਦੇ ਅੰਦਰੋਂ ਕੋਈ ਚਿੰਤਾ, ਕੋਈ ਫਿਕਰ ਕੁਛ ਲੈਵਲ 'ਤੇ ਜਾ ਹੀ ਨਹੀਂ ਰਿਹਾ ਦੂਰ। ਮੈਨੂੰ ਯਾਦ ਆ, ਅਸੀਂ ਇੰਡੀਆ ਯੂਨੀਵਰਸਿਟੀ 'ਚ ਆਪਣੇ ਪ੍ਰੋਫੈਸਰ ਦੇ ਕੋਲ ਬੈਠੇ ਸੀਗੇ, ਸਾਡੀਆਂ ਗੱਲਾਂ ਬਾਤਾਂ ਹੋ ਰਹੀਆਂ ਅਤੇ ਉੱਥੇ ਉਹਨਾਂ ਨੇ ਛੋਟਾ ਜਿਹਾ ਇੱਕ ਮਾਲਵੇ ਖਿੱਤੇ ਦੇ ਵਿੱਚ ਇੱਕ ਰਿਸਰਚ ਕੰਡਕਟ ਕੀਤੀ ਸੀ। ਉਹਨਾਂ ਨੇ ਡਾਟਾ ਬੇਸ ਇਕੱਠਾ ਕਰਨ ਵਾਸਤੇ, ਖਾਸ ਕਰਕੇ ਕੈਂਸਰ ਬੈਲਟ ਵਿੱਚ। ਤੂੰ ਡਾਟਾ ਪਿਆ, ਤੂੰ ਸਾਰਾ ਗੱਲਾਂ ਬਾਤਾਂ ਕਰ ਰਹੇ ਨੇ। ਮੈਂ ਬਾਈ ਚਾਂਸ ਡਾਟਾ ਦੇਖ ਰਿਹਾ ਵੀ ਕਿੰਨਾ ਕੈਂਸਰ ਕਿਹੜੇ ਏਰੀਏ 'ਚ ਜ਼ਿਆਦਾ ਆਇਆ, ਕਿਹੋ ਜਿਹੀ ਉਹਦੇ 'ਚ ਇਕੋਨਮੀ ਦੀ ਕਿਸ ਲੈਵਲ ਲੇਅਰ ਦੇ 'ਚ ਜ਼ਿਆਦਾ ਘੱਟ ਆ, ਕਿਸ ਤਰੀਕੇ ਦੇ ਨਾਲ ਜਿਹੋ ਜਿਹੇ ਲੋਕਾਂ ਦਾ ਰਹਿਣ ਸਹਿਣ ਹੈ। ਫਿਰ ਉਹ 'ਚ ਵੀ ਆਇਆ ਕਿ ਕੈਂਸਰ ਕਿਸ ਕਿਸਮ ਦਾ ਆ, ਪੇਟ ਦਾ ਕਿੰਨਾ, ਲੰਗਸ ਦਾ ਕਿੰਨਾ, ਗਲੇ ਦਾ ਕਿੰਨਾ, ਉਹਦੀਆਂ ਫਿਰ ਕਿਸਮਾਂ ਅੱਗੇ ਇਸ ਤਰੀਕੇ ਨਾਲ ਕਾਫੀ ਉਹਨਾਂ ਨੇ ਉਹਨੂੰ ਡਿਫਰ ਕੀਤਾ। ਉਹਦੇ ਵਿੱਚ ਹੀ ਜਿਹੜਾ ਬ੍ਰੇਨ ਰਿਲੇਟਡ ਆ, ਟਿਊਮਰ ਰਿਲੇਟਡ ਆ, ਇਹਦਾ ਵੀ ਕਾਫੀ ਵੱਡਾ ਆંકੜਾ ਕੋਈ 5% ਦੇ ਕਰੀਬ ਆਇਆ। ਫਿਰ ਉਹਨੂੰ ਫਰਦਰ ਫਿਰ ਐਕਸਪਲੇਨ ਕੀਤਾ ਉਸ ਤਰੀਕੇ ਦੇ ਨਾਲ। ਬਾਈ ਚਾਂਸ ਮੈਂ ਪ੍ਰੋਫੈਸਰ ਸਾਹਿਬ ਨੂੰ ਕਿਹਾ, ਮੈਂ ਕਿਹਾ ਪ੍ਰੋਫੈਸਰ ਸਾਹਿਬ ਗੱਲ ਇਹ ਹੈ ਕਿ ਇੱਥੇ ਬਾਕੀ ਤਾਂ ਹੈਗਾ ਸਾਰਾ ਦਾ ਸਾਰਾ, ਅਤੇ ਇਹ ਵੀ ਕਾਫੀ ਜ਼ਿਆਦਾ ਹੈਗਾ ਜਿਹੜਾ ਸਿਰ ਦਾ ਕੈਂਸਰ ਹੈ, ਬ੍ਰੇਨ ਟਿਊਮਰ ਵਗੈਰਾ ਇਸ ਤਰੀਕੇ ਦੇ ਨਾਲ। ਅਤੇ ਇਹਦਾ ਮੁੱਖ ਕਾਰਨ ਜਿਹੜਾ ਹੈਗਾ ਮੋਟੇ ਰੂਪ ਵਿੱਚ ਦੇਖਿਆ ਜਾਏ। ਉਹ ਕਹਿੰਦੇ ਵੀ ਗੁਲਜ਼ਾਰ ਸਿੰਘ ਤੂੰ ਪੁੱਛ ਰਿਹਾ ਮੈਨੂੰ? ਮੈਂ ਕਿਹਾ ਜੀ ਇਸ ਤਰੀਕੇ ਨਾਲ ਮੈਨੂੰ ਲੱਗਿਆ ਵੀ ਇਹ ਕਾਫੀ ਵੱਡਾ ਆંકੜਾ ਹੈਗਾ, 5% ਸੇ ਹਿਊਜ ਬਾਕੀਆਂ ਦੇ ਨਾਲ ਤੁਸੀਂ ਕੰਪੇਅਰ ਕਰਦੇ ਆ। ਉਹ ਕਹਿੰਦੇ ਵੀ ਗੱਲ ਇਹ ਹੈ, ਇੱਥੇ ਆਲੇ ਦੁਆਲੇ ਤੁਸੀਂ ਝਾਤ ਮਾਰ ਕੇ ਦੇਖੋ, ਲੋਕਾਂ ਦੀ ਜੇਬ ਦੇ ਵਿੱਚ 5 ਰੁਪਏ ਨੇ ਅਤੇ ਉਹਨਾਂ ਨੇ ਮੁਸੀਬਤ 500 ਰੁਪਏ ਦੀ ਖਰੀਦੀ ਹੈ। ਹੁਣ ਉਹ ਦੋਨਾਂ ਦਾ ਮਿਸਮੈਚ ਹੋ ਗਿਆ, ਰਾਤ ਦਿਨ ਅੰਦਰ ਉਹ ਚੀਜ਼ ਚੱਲ ਰਹੀ ਹੈ। ਹੋਣਾ ਕੀ ਹੈ? ਇਹ ਵੀ ਕਿਹਾ ਜਾਂਦਾ ਹੈ ਕੈਂਸਰ ਇਜ਼ ਨੋਟ ਅ ਡਿਜ਼ੀਜ਼, ਇਟਸ ਜਸਟ ਅ ਡਿਸਆਰਡਰ ਆਫ ਆਵਰ ਕੈਮੀਕਲ ਰਿਐਕਸ਼ਨਸ। ਉਹਨਾਂ ਦਾ ਇੱਕ ਡਿਸਆਰਡਰ, ਇੱਕ ਜਿਹੜਾ ਇੱਕ ਪ੍ਰੋਪਰ ਤਰੀਕੇ ਨਾਲ ਮੈਨੇਜ ਨਾ ਹੋ ਸਕਣਾ ਹੈ। ਵਾਈਟ ਸੈੱਲ ਇੱਕ ਥਾਂ 'ਤੇ ਇਕੱਠੇ ਹੋਣੇ ਸ਼ੁਰੂ ਹੋ ਜਾਂਦੇ ਨੇ, ਫਿਰ ਮਰਨੇ ਸ਼ੁਰੂ ਹੋ ਜਾਂਦੇ ਨੇ, ਬਲੱਡ 'ਚੋਂ ਕੱਟਣੇ ਸ਼ੁਰੂ ਹੋ ਜਾਂਦੇ ਨੇ। ਇਸ ਤਰੀਕੇ ਦੇ ਨਾਲ ਆਹ ਚੀਜ਼ ਹੋਣੀ। ਅਤੇ ਇਹ ਸਾਰੇ ਦੇ ਵਿੱਚ ਕੀ ਹੈ? ਕੈਮਿਸਟਰੀ ਬਦਲੀ ਅੰਦਰ ਦੀ। ਲਗਾਤਾਰ ਬੰਦੇ ਦੇ ਜ਼ਹਿਨ ਚਿੰਤਾ ਆ, ਫਿਕਰ ਆ, ਇਹ ਸਭ ਚੀਜ਼ਾਂ ਚੱਲ ਰਹੀਆਂ। ਹੁਣ ਇਹ ਸਾਰੇ 'ਚੋਂ ਨਿਕਲਿਆ ਜਾਏ ਤਾਂ ਕਿਵੇਂ ਨਿਕਲਿਆ ਜਾਏ? ਸ਼ਬਦ ਹੈ ਫਿਰ ਦੇਖਣਾ, ਸਿਮਰੋ ਸੋ ਪ੍ਰਭ ਆਪਣਾ ਸੁਆਮੀ, ਸਿਮਰੋ ਸੋ ਪ੍ਰਭ ਆਪਣਾ ਸੁਆਮੀ। ਆਪਣੇ ਘਰ ਦਾ ਵੀ ਫਿਕਰ ਹੈ, ਪਰਿਵਾਰ ਦਾ ਵੀ ਫਿਕਰ ਹੈ, ਆਪਣੀ ਹਰ ਸ਼ੈ ਦਾ ਫਿਕਰ ਹੈ, ਆਪਣੇ ਨਾਲ ਸਾਂਝ ਵੀ, ਆਪਣੇ ਦਾ ਜ਼ਿਕਰ ਵੀ, ਆਪਣੇ ਦੀ ਚਰਚਾ ਵੀ ਹੈ। ਜਿਹਦੀ ਨਹੀਂ ਚਰਚਾ, ਆਮ ਕਰਕੇ ਦਾਨੇ ਲੋਕ ਇਹ ਗੱਲ ਕਹਿ ਦਿੰਦੇ ਨੇ ਕਿ ਭਾਈ ਜਿਹੜੇ ਪਿੰਡ ਨਹੀਂ ਜਾਣਾ ਉਹਦਾ ਰਾਹ ਕੀ ਪੁੱਛਣਾ। ਜਦੋਂ ਸਾਡਾ ਉਹਦੇ ਨਾਲ ਕੋਈ ਲਾਵਾ ਦੇਵਾ ਹੀ ਨਹੀਂ ਹੈਗਾ, ਅਸੀਂ ਉਸ ਪਾਸੇ ਜਾਣਾ ਹੀ ਨਹੀਂ, ਸਾਡੀ ਕੋਈ ਸਾਂਝ ਹੀ ਨਹੀਂ ਉਸ ਤਰੀਕੇ ਨਾਲ, ਅਸੀਂ ਉਹਦੇ ਬਾਬਤ ਗੱਲ ਹੀ ਕਿਉਂ ਕਰੀਏ? ਸਾਨੂੰ ਕੀ ਲੋੜ ਹੈ ਉਹਦੇ ਬਾਰੇ ਫਿਕਰ ਕਰਨ ਦੀ, ਉਹਦੇ ਬਾਰੇ ਚਿੰਤਾ ਕਰਨ ਦੀ? ਉਸ ਕਿਸਮ ਦੇ ਨਾਲ ਬੰਦਾ ਸੋਚਦਾ ਹੈਗਾ। ਸਾਨੂੰ ਕੀ ਲੋੜ ਉਹਦੇ ਬਾਰੇ ਇਨਫੋਰਮੇਸ਼ਨ ਗੈਦਰ ਕਰਨ ਦੀ? ਸਾਨੂੰ ਕੀ ਲੋੜ ਹੈ ਉਹਦੇ ਬਾਰੇ ਇਵਨ ਚਰਚਾ ਕਰਨ ਦੀ? ਜਦੋਂ ਅਸੀਂ ਇਹਦੇ 'ਚ ਪ੍ਰਭ ਅਕਾਲ ਪੁਰਖ ਵਾਹਿਗੁਰੂ ਜਿਹਦੀ ਪ੍ਰਭਤਾ, ਜਿਹਦਾ ਹੁਕਮ ਚਾਰ ਚੁਫੇਰੇ ਮੌਜੂਦ ਤੇ ਮੁਅੱਸਰ ਹੈ, ਉਹਦੇ ਬਾਬਤ ਬੰਦੇ ਨੇ ਆਪਣਤ ਹੀ ਨਹੀਂ ਰੱਖੀ। ਹੁਣ ਧਰਮ ਦੀ ਬਾਤ ਕਰਦੇ ਹਾਂ, ਹਾਲਾਂਕਿ ਧਰਮ ਦਾ ਜਦੋਂ ਤੱਕ ਖਾਸ ਕਰਕੇ ਕਲੋਨੀਅਲ ਪੀਰੀਅਡ ਚੱਲਿਆ ਯੂਰਪੀਅਨ ਵਰਲਡ ਦੇ ਵਿੱਚ, ਅਤੇ ਬੰਦੇ ਨੇ ਇੰਡਸਟਰੀਲਾਈਜੇਸ਼ਨ ਦੇ ਅੰਡਰ ਬਹੁਤ ਵੱਡੇ ਲੈਵਲ 'ਤੇ, ਮੈਸਿਵ ਲੈਵਲ 'ਤੇ ਜਿਹੜੀ ਹੈ ਤਰੱਕੀ ਕੀਤੀ ਹੈ। ਉਹਦੀ ਤਰੱਕੀ ਦਾ
आलम यह है कि जे आप देखोगे तो बंदे दे कोल अपनी सैल्फ प्रोटैक्शन वास्ते कुदरती तौर पर की है। जो जानवरों के मुकाबले देखिए, साढ़े नहुं ने, साढ़े दंद ने, बस यही, इस तो बाद तो कुछ नहीं हैगा। पर दिमागी तौर पर बंदे ने अपने आप को यूज़ करके अपने नहुआं ते दंदां नूं वधा लिया। किवें वधा लिया? जितना तुसीं खास करके एमिशन देखते हो, असला देखते हो, बारूद देखते हो, गन्ना, सब ये बंदे की प्रोटैक्शन वास्ते बंदे के वधे हुए दंद ही तो है, वधे हुए नहुं तो है। बंदे की पाया उस लैवल पर वध गई इस तरीके से। फिर कली यही नहीं, हर चीज़ बदल गई। कल तक बंदे कोल मिट्टी वगैरह खोदने वास्ते हत्थ सीगे, हत्थां तो बाद बंदे ने कहा नहीं नहीं मैनूं कोई साधन चाहिए है। ਉਹਦੇ ਵਿੱਚੋਂ खुरपा, रंबा, बसोला, कसी, कई ये चीज़ां बन गई। शवल जिन्हों कह लो तुसीं, फिर उस शवल का रूप बदल गया। अज तुसीं शवल की देखते हो? जिहड़ियां वड्डियां वड्डियां आ जिहड़ियां मैसिव मशीनां ने जिहड़ियां इस तरीके नाल पट रही लगातार, आ बॉबकैट ते JVC वगैरह जिहड़ियां कंपनियां बनाउंदियां ने, ये वड्डे वड्डे लैवल दीयां क्रेनां जिहड़ियां ने, ये शवल है बंदे दी। बंदे ने किस तरीके दे नाल इस धरती के उत्ते सारे का सारा पसारा पसारिया। सो इंडस्ट्रीलाइजेशन के अंदर, फिर कलोनीअल पीरीयड के अंदर जिहड़े सभ्याचार सी, जिहड़ियां सभ्यतावां वक्रे वक्रे मुहाज विच वसियां सीगियां, उन्हां सारियां दे नाल जाके यूरोपीयन लोगों ने इंट्रैक्शन की। तो इंट्रैक्शन ही नहीं की बल्कि उन्हां दा वड्डे लैवल ते कहा जाए तो उन्हां दा ओप्रैशन होया, उन्हां नूं ओप्रैस किया गया, उन्हां नूं जिहड़ा हैगा उन्होंने उत्ते ईवन जैनोसाइड वर्ड यूज़ किया जो ज़्यादा बैटर है। कल्चरल जैनोसाइड कह लो, उन्होंने जोड़ा स्पिरिचुअल जैनोसाइड कह लो, उन्होंने फिजिकल जैनोसाइड कह लो, हर चीज़ इस तरीके वापरी। ये सारे दे विच जदों बंदा दूसरे बंदे खास करके जोड़े एशियन या अफ्रीकन खिते दे विच लोग गए, उत्थे बहुतायत लोग विश्वासां दे विच, धर्मां दे आस्थावां दे विच जींदे सीगे। तो कई धर्मां दीयां आस्थावां बहुतियां उस लैवल पर उन्होंने समझ नहीं सी। इस तरह कह लवो कि वो लोग इलीटरेट से उस लैवल पर, सुपरस्टिशियस जिहड़ा सीगा बिलीफ सिस्टम भी सीगा, बहुत कुछ ऐसा सी इस तरीके दे नाल। पर यह नहीं कि कल्ला सुपरस्टिशियस उन्होंने कह के बाकी सारे नूं रद्द कर दिता जाए। गुरु ग्रंथ साहब के आगोश च बैठते हैं, गुरु ग्रंथ साहब नूं पढ़ते हैं, महाराज तो बयान करते हैं कि बंदे का जीवन वर्ताव ऐसा होए, गुणा का होवे वासुला कड़वास लई जाए, जे गुण होवन साजना मिल सांझ करी जाए। बंदा गुण ग्रहण करने वाला होए, जिवें मक्खी ते भौरा आ वो जिहड़े फुल ते बैठदा विचों रस चूसदा हैगा, उस तरीके नाल नैक्टर। बंदा भी हर चीज़ विचों रस, वो अमृत, वो चीज़ जिहड़ी प्राप्त करे, कूड़ दा त्याग करे, सच नूं प्राप्त करे। इसे लई भावें धर्म ग्रंथ सी, भावें कोई रचना सीगी, सिक्खी इतिहास उन्हां दे नाल उस किस्म की नफरत जिवें आम धर्मां विच रही, भी एक नूं मनण वाला दूजे तो नफरत करता, दूजे नूं मनण वाला पहले तो नफरत करता, ये चीज़ ना रही। बल्कि क्या गया कि ओपन माइंडेड होकर पढ़ो, जो पढ़ना है तो जानो समझो, पर सारे जो सच सचियार होना, सचखंड पहुँचना, ये चीज़ चेते रखा जाए, हकीकत लभ्या जाए, किसी सुपरस्टिशियस बिलीफ सिस्टम में ना पै जाए जाए, उस चीज़ वो मारेगी तुहानूं। ये सारियां चीज़ां गुरमत आशे ने सानूं समझाइयां। मगर होया ये कि कोई एक चीज़ सुपरफिशियल अंडरस्टैंडिंग आ गई, कोई सुपरस्टिशियस बिलीफ सिस्टम की वेख लई, उन्हां ते कटाह करना शुरू कर दिता। जो भाई वीर सिंह जी का लिखा है, तुसीं बाबा नोज सिंह पढ़ो जे, क्रिश्चन मिशनरीज नाल जिहड़ा डायलॉग हो रहा उत्थे पंजाब की फिजान दे विच, वो कई रूपों में कह रहा इन्होंने लोगों को रहन का नहीं पता, खाण का नहीं पता, इतने सारे खलारा खिलिया, कख खिल रहे हैं, इस किस्म दी गल्लां हो रही ने। हालांकि हुण जो अज असीं देख रहे हैं, मतलब एग्जैक्टली अज कोविड-19 के नाल दो चार हो रहे हैं। नो डाउट एलोपैथी दे विच इतना पैसा लोकेट किया गया, इतनी रिसर्च हुई, लोगों ने इतना टाइम लगाया, वो एक लैवल डिवेलप हो गया। जिस तरीके दे नाल दूसरियां पैथीज़ दे थैरेपीज़ दे होर सरमाया इंटरस्ट लिया जाता, एफर्ट पाई जाती, भी डिफरेंट लैवल पर आ जाती है। जिहड़ी साडे ट्रैडिशनल मैडिसन सिस्टम सीगा, नैचुरल वे दे नाल जिहड़ियां अज गल्लां हो रही ने, वो भावें लसन आ, भावें अदरक आ, भावें हल्दी है, टर्मरिक तो लैके हर चीज़ जिहड़ी जिन्ने किस्म के जिहड़े
ਖਾਸ ਕਰਕੇ ਸਪਾਈਸਿਸ ਵਗੈਰਾ ਆ ਰਹੇ ਨੇ। ਇਹਨਾਂ ਸਾਰਿਆਂ ਦੇ ਵਿੱਚ ਤਾਬ ਹੈ, ਸਮਰੱਥਾ ਹੈ ਮਨੁੱਖੀ ਜੀਵਨ ਨੂੰ ਤੰਦਰੁਸਤ ਕਰਨ ਲਈ, ਟੂ ਗਿਵ ਸਮ ਕਾਈਂਡ ਆਫ ਐਕਚੁਅਲੀ ਯੂ ਕੈਨ ਸੇ ਜਿਹੜਾ ਹੈਲਦੀ ਇੰਪੈਕਟ ਆ ਉਹ ਅਸੀਂ ਉਹਦੇ 'ਚੋਂ ਵੇਖਦੇ ਹਾਂ ਔਰ ਆ ਰਿਹਾ ਹੈ ਮਨੁੱਖੀ ਸਿਹਤ ਦੇ ਉੱਤੇ। ਸੋ ਇਹ ਚੀਜ਼ਾਂ ਮੌਜੂਦ ਨੇ, ਪਰ ਉੱਥੇ ਨਾ ਇੰਨਾ ਫੰਡ ਲੋਕੇਟ ਕੀਤੇ ਗਏ, ਨਾ ਇੰਨੀ ਐਫਰਟ ਪਾਈ ਗਈ, ਅਤੇ ਵੀ ਮੰਨ ਲਿਆ ਗਿਆ ਕਿ ਇਹ ਚੀਜ਼ਾਂ ਤਾਂ ਆਈਆਂ ਗਈਆਂ ਨੇ। ਹਾਲਾਂਕਿ ਹੁਣ ਬੌਡੀ ਹੋ ਰਹੀ ਵਾਪਸੀ। ਹੁਣ ਕਿਹਾ ਜਾ ਰਿਹਾ ਜੇ ਤੁਹਾਡੀ ਇਮਿਊਨਿਟੀ ਸਟਰੋਂਗ ਆ ਇਸ ਵਾਇਰਸ ਤੋਂ ਤੁਸੀਂ ਬਚ ਸਕਦੇ ਹੋ। ਹੁਣ ਕਿਹਾ ਜਾ ਰਿਹਾ ਕਿ ਵੱਧ ਤੋਂ ਵੱਧ ਜਿਹੜਾ ਹੈਗਾ ਇਨਕਲਾਈਨ ਫੂਡ ਵਗੈਰਾ ਫੂਡ ਵਗੈਰਾ ਉਹ ਖਾਓ, ਉਹਨੂੰ ਇਨਟੇਕ ਕਰੋ। ਇਸ ਕਿਸਮ ਦੀ ਬਾਤਾਂ ਹੋ ਰਹੀਆਂ। ਸੋ ਇਹ ਸਭ ਚੀਜ਼ਾਂ ਉਸ ਲੈਵਲ 'ਤੇ ਆ ਗਈਆਂ। ਅਜੇ ਇਸ ਤਰੀਕੇ ਨਾਲ ਆ ਰਹੀ ਹੈ ਫੂਡ ਵਾਲੀ ਸਾਈਡ ਤੋਂ। ਸਪਿਰਿਚੁਅਲਿਟੀ ਦੇ ਉਹਦੇ ਬਾਬਤ ਵੀ ਤੁਸੀਂ ਦੇਖੋ ਹੁਣ ਜਿਹੜੀਆਂ ਨੇ ਚੀਜ਼ਾਂ ਇਵੋਲਵ ਹੋ ਰਹੀਆਂ ਨੇ, ਮੈਡੀਟੇਸ਼ਨ ਦੇ ਕੌਨਸੈਪਟ ਦੀਆਂ ਗੱਲਾਂ ਉਸ ਤਰੀਕੇ ਦੀਆਂ ਹੋ ਰਹੀਆਂ। ਹੁਣ ਸਿਮਰਨ ਦਾ ਉਹੀ ਸੰਕਲਪ ਜਿਹੜਾ ਕਿਤੇ ਗੁਰੂ ਬਾਬਾ ਜੀ ਨੇ ਸਮਝਾਇਆ, ਸਾਡੇ ਪੁਰਖਿਆਂ ਨੇ ਸਾਨੂੰ ਦੱਸਿਆ, ਉਹਦੀ ਇੱਕ ਤਰ੍ਹਾਂ ਦੇ ਨਾਲ ਹੁਣ ਮਾਈਂਡਫੁਲਨੈਸ ਦੇ ਜ਼ਰੀਏ, ਮਾਈਂਡਫੁਲਨੈਸ ਕੀ ਇਹਨਾਂ ਮੁਲਕਾਂ ਦੇ ਵਿੱਚ ਯੂਨੀਵਰਸਿਟੀ ਸਾਈਡ ਤੋਂ ਕੋਰਸਿਸ ਕਰਾਏ ਜਾਂਦੇ ਨੇ, ਇੱਥੇ ਡਿਫਰੈਂਟ ਮੈਡੀਟੇਸ਼ਨ ਗਰੁੱਪ ਚਲਾਏ ਜਾਂਦੇ ਨੇ, ਸਭ ਚੀਜ਼ਾਂ ਆ ਰਹੀਆਂ ਉਸ ਰੂਪ ਦੇ ਵਿੱਚ। ਅਖੀਰ ਬੰਦੇ ਨੂੰ ਇੱਥੇ ਆਉਣਾ ਪੈ ਰਿਹਾ ਹੈ ਕਿ ਦੇਖੋ ਭਾਈ, ਜਿਹੜਾ ਬੇਸਿਕ ਚੀਜ਼ ਆ ਮਨੁੱਖ ਦੇ ਜ਼ਹਿਨ ਨੂੰ ਉਸ ਰੂਪ ਵਿੱਚ ਜਿਹੜਾ ਹੈ ਉਹਨੂੰ ਕਿਸੇ ਵਿਸ਼ਵਾਸ ਆਸਥਾ 'ਚ ਭਰ ਕੇ ਰੱਬੀ ਸੰਕਲਪ ਦੇ ਨਾਲ ਜੋੜਿਆ ਜਾਏ, ਤਾਂ ਜਾ ਕੇ ਉਹਦਾ ਕਲਿਆਣ ਹੋਏਗਾ। ਪਰ ਜਦੋਂ ਯੂਰਪ ਸੈਂਟਰਡ ਅਪਰੋਚ ਜਿਹੜੀ ਉਹ ਚਾਹ ਰਹੀ ਹੈ, ਉਹਨੇ ਸਾਰੀ ਦੁਨੀਆ ਦੀ ਟ੍ਰੈਡੀਸ਼ਨਲ ਤਾਲੀਮ ਜਿਹੜੀ ਸੀਗੀ, ਐਜੂਕੇਸ਼ਨ ਸਿਸਟਮ ਸੀ, ਸਭ ਚੀਜ਼ਾਂ ਨੂੰ ਤਬਦੀਲ ਕੀਤਾ, ਬਦਲਿਆ। ਇੱਕੋ ਲੈਵਲ 'ਤੇ ਇੱਕੋ ਰੰਗ 'ਚ ਬਦਲਣਾ ਸ਼ੁਰੂ ਕਰ ਦਿੱਤਾ। ਲੋਕਾਂ ਨੂੰ ਰੈਸ਼ਨਲ ਮਾਈਂਡ ਬਣਾ ਦਿਓ, ਤਾਰਕਿਕ ਬਣਾਓ, ਸਭ ਠੀਕ ਹੈ ਬਿਲਕੁਲ ਉਸ ਰੂਪ ਦੇ 'ਚ। ਪਰ ਜਿਹੜਾ ਇੱਕ ਕੌਨਸੈਪਟ ਆ ਕਿ ਭਾਈ ਅਸਲ ਆਪਣਤ, ਅਸਲ ਜਿਹੜੀ ਸਾਂਝ ਆ ਉਹ ਕਿਹਦੇ ਨਾਲ, ਮੇਰ ਦਾ ਅਸਲ ਰੂਪ ਕਿਹੜਾ ਲਿਆਂਦਾ ਹੈ? ਮੇਰਾ ਤਾਂ ਸਰੀਰ ਵੀ ਨਹੀਂ ਹੈਗਾ, ਇਹਦਾ ਵੀ ਮੈਂ ਤਿਆਗ ਕਰ ਜਾਣਾ ਇੱਕ ਦਿਨ। ਸੋ ਮੈਨੂੰ ਇੱਕ ਇਹੋ ਜਿਹੀ ਆਈਡੀਓਲੋਜੀ, ਇਹੋ ਜਿਹਾ ਆਈਡੀਅਲ ਥਾਟ ਦਿੱਤਾ ਜਾਏ ਜਿਹਦੇ 'ਚ ਮੈਨੂੰ ਅਹਿਸਾਸ ਹੋਏ ਕਿ ਮੈਂ ਕੌਣ ਤੇ ਕਿੱਥੋਂ ਆਇਆ ਤੇ ਕਿੱਥੇ ਜਾਣਾ ਹੈ। ਇਹ ਸਾਰੇ ਨੂੰ ਨਾਮ ਦਾ ਰੂਪ ਦਿੱਤਾ ਗਿਆ ਹੈ। ਗੁਰੂ ਪਾਤਸ਼ਾਹ ਦੇ ਬਾਣੀ 'ਚ ਅਸੀਂ ਸ਼ਬਦਾਂ ਨੂੰ ਪੜ੍ਹਦੇ ਹਾਂ, ਮਹਾਰਾਜ ਬਿਆਨ ਕਰਦੇ, ਜਹ ਮਾਤ ਪਿਤਾ ਸੁਤ ਮੀਤ ਨਾ ਭਾਈ, ਮਨ ਊਹਾ ਨਾਮ ਤੇਰੇ ਸੰਗ ਸਹਾਈ। ਜਿੱਥੇ ਕੋਈ ਹੋਰ ਚੀਜ਼ ਪੁੱਗਦੀ ਨਹੀਂ ਦਿਸਦੀ, ਨਾਮ ਉੱਥੇ ਆ ਕੇ ਪੁੱਗਦਾ ਹੈਗਾ। ਪਰ ਉਸ ਨਾਮ ਨਾਲ ਆਪਣਤ ਨਹੀਂ, ਮਾਤਾ ਪਿਤਾ ਸਨੇਹੀ ਸਭ ਆਪਣੇ ਲੱਗਦੇ, ਆਪਣਾ ਸਰੀਰ ਵੀ ਆਪਣਾ ਲੱਗਦਾ। ਪਰ ਇੱਕ ਲੈਵਲ ਐਸਾ ਆ, ਮੈਂ ਛੋਟੀ ਜਿਹੀ ਐਗਜ਼ਾਮਪਲ ਕਰਕੇ ਫਿਰ ਬਚਨ 'ਤੇ ਆ ਜਾਂਦਾ ਵਾਪਸ। ਸਾਡੇ ਇੱਥੇ ਸ਼ਹਿਰ ਦੇ ਵਿੱਚ ਇੱਕ ਬਜ਼ੁਰਗ ਸੀਗੇ, ਅਤੇ ਉਹ ਐਕਚੁਅਲੀ ਉਹਨਾਂ ਦੇ ਕੁਝ ਉਹਨਾਂ ਨੇ ਹਾਰਟ ਦੇ ਜਿਹੜਾ ਹੈਗਾ, ਜਿਹਨਾਂ ਨੂੰ ਸਟੰਟਸ ਵਗੈਰਾ ਪਾਉਣੇ ਹੁੰਦੇ ਨੇ, ਉਹ ਉਹਨਾਂ ਨੇ ਪਾਉਣੇ ਸੀਗੇ। ਅਤੇ ਅੱਜ ਕੱਲ੍ਹ ਤਾਂ ਗੱਲਾਂ ਕਰਦਿਆਂ ਬੜੀ ਟੈਕਨੋਲੋਜੀ ਤੇਜ਼ ਹੈ, ਉਸ ਤਰੀਕੇ ਨਾਲ ਪਾ ਦਿੰਦੇ ਨੇ। ਪਰ ਉਹ ਥੋੜ੍ਹਾ ਜਿਹਾ ਡਰਦੇ ਸੀਗੇ, ਅਤੇ ਉਹਨਾਂ ਕਿਹਾ ਕੋਈ ਗੱਲ ਨਹੀਂ, ਜੇ ਡਰਦੇ ਆ ਤਾਂ ਫਿਰ ਇੱਕ ਕੰਮ ਕਰਦੇ ਹਾਂ, ਇਹਨਾਂ ਨੂੰ ਐਨਸਥੀਸ਼ੀਆ ਦੇ ਦਿੰਦੇ ਹਾਂ, ਭਾਵ ਇਹਨਾਂ ਨੂੰ ਬੇਹੋਸ਼ ਕਰ ਦਿੰਦੇ ਹਾਂ। ਸੋ ਅੰਡਰ ਐਨਸਥੀਸ਼ੀਆ ਉਹਨਾਂ ਦਾ ਟਰੀਟਮੈਂਟ ਜਿਹੜਾ ਹੈਗਾ ਉਹ ਚੱਲ ਰਿਹਾ, ਅਤੇ ਉਹ ਚੱਲ ਰਿਹਾ। ਅਤੇ ਉਸ ਤੋਂ ਬਾਅਦ ਐਨਸਥੀਸ਼ੀਆ ਜਿਹੜਾ ਸੀ, ਇੱਕ ਸਮੇਂ ਤੋਂ ਬਾਅਦ ਹੋਸ਼ ਆਉਣਾ ਚਾਹੀਦਾ ਉਹਨਾਂ ਨੂੰ। ਉਹ ਜਦੋਂ ਕਿਤੇ ਉਹ ਹੋਸ਼ ਲਿਆ ਰਹੇ ਨੇ, ਹੋਸ਼ ਆ ਰਿਹਾ, ਅਤੇ ਬੋਡੀ ਰਿਸਪੌਂਸ ਨਹੀਂ ਕਰ ਰਹੀ ਪ੍ਰੋਪਰਲੀ। ਥੋੜ੍ਹਾ ਡਾਕਟਰਸ ਨੂੰ ਵੀ ਡਰ ਲੱਗਾ। ਕਰਾਉਂਦਿਆਂ ਮਤਲਬ ਕੋਈ 12-13 ਘੰਟੇ ਬਾਅਦ ਜਾ ਕੇ ਸਹੀ ਰੂਪ ਵਿੱਚ ਮਾਜਰਾ ਸਮਝ ਆਇਆ। ਮਾਜਰਾ ਹੋਇਆ ਕਿ ਉਸੇ ਸਮੇਂ ਦੇ ਦੌਰਾਨ ਉਹਨਾਂ ਨੂੰ ਸਟ੍ਰੋਕ ਹੋ ਗਈ, ਜਦੋਂ ਕਿਤੇ ਉਹ ਅੰਡਰ ਐਨਸਥੀਸ਼ੀਆ ਚੱਲ ਰਹੇ ਸੀਗੇ। ਉਹ ਇੰਨੀ ਸਵੀਅਰ ਤਾਂ ਨਹੀਂ ਸੀ ਹੋਈ, ਥੋੜ੍ਹੀ, ਪਰ ਉਹਦੇ ਨਾਲ ਹੋਇਆ ਕਿ ਬੋਡੀ ਦੇ ਕੁਝ ਹਿੱਸੇ ਨੂੰ ਪੈਰਾਲਾਈਜ਼ ਕਰਤਾ ਉਹਨੇ। ਉਹ ਜਦੋਂ ਕੁਝ ਹਿੱਸੇ ਨੂੰ ਪੈਰਾਲਾਈਜ਼ ਕਰਤਾ, ਤਾਂ ਸਟ੍ਰੋਕ ਹੋਣ ਤੋਂ ਬਾਅਦ ਬੋਡੀ ਜਿਹੜੀ ਹੈ ਉਹਦੇ 'ਤੇ ਰਿਸਪੌਂਸ ਕਰਦੀ, ਵਾਪਸੀ ਕਰਦੀ ਹੈ। ਪਰ ਇਤਨੇ ਸ਼ੌਕ ਕੇ ਚਲੇ ਗਏ ਕਿ ਐਨਸਥੀਸ਼ੀਆ ਤੋਂ ਬਾਅਦ ਵਾਪਸੀ ਨਹੀਂ ਹੋ ਰਹੀ, ਸਰੀਰ ਨਹੀਂ ਹਿਲ ਰਿਹਾ, ਸਭ ਕੁਛ ਕਰਦਿਆਂ ਅਖੀਰ ਬਾਤ ਇਹ ਹੋਈ ਕਿ ਉਤਨਾ ਜ਼ਿਆਦਾ ਇੰਪੈਕਟ ਬਾਕੀ ਬੋਡੀ ਦੇ 'ਤੇ ਨਾ ਪਿਆ, ਮੂੰਹ 'ਤੇ ਬੋਲਣ 'ਤੇ ਚਲਾ ਗਿਆ। ਹੁਣ ਉਹ ਬੋਲ ਨਹੀਂ ਪਾ ਰਹੇ, ਬੜੀ ਹਾਲਤ ਪੇਤਲੀ। ਅਖੀਰ ਉਹਨਾਂ ਨੂੰ ਅਗਲੇ ਕੁਝ ਉਹਨਾਂ ਨੇ ਕੋਈ 70-72 ਘੰਟੇ ਬੰਨ ਕੇ ਰੱਖਿਆ, ਉਹਨਾਂ ਦੀ ਵਾਰਡ ਚੇਂਜ ਕਰਤੀ, ਸਾਰਾ ਚੀਜ਼ਾਂ ਹੋਈਆਂ। ਮੇਰੇ ਨਾਲ ਵੀ ਗੱਲ ਹੋਈ, ਫੈਮਿਲੀ ਦੀ ਪਿਆਰ ਹੈ, ਕਾਫੀ ਸਨੇਹਤਾ ਹੈ ਉਸ ਤਰੀਕੇ ਨਾਲ। ਖੈਰ ਮੈਂ ਕਿਹਾ ਵੀ ਹੁਣ ਹੌਸਲਾ ਨਾ ਹਾਰੋ, ਤਗੜੇ ਹੋਵੋ, ਜੋ ਹੋਏਗਾ ਉਸ ਰੂਪ ਦੇ ਵਿੱਚ ਹੈ। ਖੈਰ ਕਰਾਉਂਦਿਆਂ ਇੱਥੇ ਸਿਸਟਮ ਆ, ਇੰਤਜ਼ਾਮ ਆ, ਲੰਬਾ ਸਮਾਂ ਲੱਗਦਾ ਹੈ, ਸਭ ਥੈਰੇਪੀਸ ਹੋਈਆਂ, ਸਭ ਚੀਜ਼ਾਂ। ਅਖੀਰ
शरीर ने दोबारा रिस्पॉन्स किया वापस, तो कोई थोड़ी बहुती गलबात होनी शुरू हो गई इस ढंग नाल करदे करदे। उन्हां दे विच भी होया कि जिहड़े उन्हां दे उस समय जदों उन्हां नूं स्ट्रोक होई है, जदों बाद बेहोशी तो बाद आ रहे हैं, तो उस समय के दौरान कुछ घंटे बहुत ज़्यादा उन्होंने रजिस्ट किया। आफ्टर फ्यू आवर्स एक्चुअली उन्होंने बड़ा बड़ा वधिया तरीके उन्होंने कोऑपरेट किया उन्होंने नाल। खैर जो थोड़े गलबात करन लग गए, एक दिन असीं बैठे, बड़ी लंबी चौड़ी गल हुई, तो बैठिया बैठिया कहिंदे भी मैनू बहुतियां चीज़ां तो नहीं याद, थोड़ियां थोड़ियां याद ने, फिर हौली हौली मेरी याददाश्त वधदी गई। कहते शुरू दे विच ते बहुत बड़ा महसूस हो रहा सीगा, ये हो रहा सी मेरा हथ क्यों नहीं हल रहा, मेरा मूँह क्यों नहीं, मेरी गल क्यों नहीं समझते, इस किस्म सारा कुछ के अंदर चल रहा, बड़े उस रूप तरीके उछल रहा सब। करदियां करदियां सब होंदियां होंदियां किते घड़ी दियां सूइयां ते नज़र चली गई, तो नज़र गई तो देखा टाइम होया आ, टाइम काहदा आ, ये पाठ का टाइम आ। मतलब इस तरीके नाल एहसास होया कि शायद हुण प्रभात हो गई है, तो प्रभात समय का मेरा नितनेम का टाइम, इस किस्म की बात है। जिवें ही ये बात जहन में आई, तो मैं कहते थोड़ा अंदर जिवें बंदा पाठ करन लग जाता है, अंदर उस तरीके नाल अंदर गुस्सा भी है, बड़ा कुछ है। फिर पाठ करदा रहा थोड़ा उस तरीके नाल। फिर पाठ करदियां ही जपटी साहब की पंक्ति है, हुक्म रजाई चलना नानक लिखिया नाल, रजा विच राजी रहना, रब की रजा नूं मनना। बेनती की बंदे दियां मन आईयां नहीं होंदियां, बंदा कुछ होर सोचदा, कुछ होर हो जाता है, सब चीज़ां संसार चलता इस तरीके से। जो नहीं चलता फिर जीड़ा अगन बरंदर तपदा, अंदर भांबड़ मचदे, हालत ही बन जाती। पर जिवें ही रब्बी रजा के संकल्प में बंदा समझ लवे, तो एहसास है कि करतारी होनी है। ये तुसी हर रूप के तब्दील नहीं कर सकते, बदला नहीं कर सकते। कहते बात आई, अंदर थोड़ा जहा टका आया, ये चीज़ अंदर बननी शुरू हुई। तो फिर एक लैवल पर भी हौली हौली समझ आया कि आखिरकार धियां पुत्रां ते भैन भरावां ते की गिला करांगे, अपना तो शरीर ही साथ नहीं देता। इत्थे जाके फिर बंदे सच्चाई का पता लग जाता है, इत्थे अपना कौन है। बाबा कबीर जी ने जिहड़ा बयान किया ना, अब मोहे राम अपना कर जाने, जो जान पहचान हुई रब दे, उस रब दे ज्ञान अपनत एहसास होया, अल्टीमेट जिहड़ी मेरी चीज़ आ, जिहड़ी जितों मैं बिलोंग करता हाँ, दैट वाज स्पिरिट इटसेल्फ, अकाल पुरख वाहिगुरू। सो अब मोहे राम अपना कर जानिया, सहज सुभाए मेरा मन मानिया। फिर मन भी मन गया। फिर मन जिहड़ा आ वो बहुत ज़्यादा एक्सपैक्टेशनस, बहुत ज़्यादा विशेज़, बहुत जिहदे मन ज़्यादा खंचत रहिंदा, उन्हें चों बाहर निकलना शुरू हो गया। यही हालत जिहड़ी है ये सुख की हालत है। अज भी संसार दे विच बड़े लिटरेचर दे आ जाओ, धर्म की दुनिया, मैं फिर बेनती करांगा, हालांकि धर्म का आशा ये है सारा, पर चलो बंदे लोग लिटरली तौर पर कहते भी नो एक्चुअली ट्राई टू टॉक समथिंग नॉन रिलीजियस। मैं नॉन रिलीजियस चीज़ को मैं मनना इस किस्म के नाल। हुण नॉन रिलीजियस संकल्प में आ जाओ, उहदे भी बात की जा रही है कि जे ह्यूमन बीइंग जिहड़ा आ उन्हें अपने आप नूं अपने बिल्कुल प्रॉपर हाईएस्ट लैवल की पॉसिबिलिटी नूं जीना है, तो जिहड़ियां उहदी एक्सपैक्टेशनस ने, भावें अपने आप तो भावें आले दुआले तो, उन्होंने सही तरीके नाल मैजर करे। ऐसा ना होए कि जिथों जिहड़ी चीज़ हो नहीं सकती उहदी इच्छा रख के उहदे मगर भज रहा होए, तो दौड़दा उस लैवल ते सही चीज़ समझे ही ना। गुरु बाबा जी ने बयान किया, मैं उस परिपूर्ण दे नाल अपने आप को जोड़ लिया, उहदे हुक्म की पालना मेरे जीवन का जिन्हों कहा जाए जाविया बन गया, एक वे ऑफ लाइफ बन गई है। तो उहदे चों सिमरों सो प्रभ अपना स्वामी, मैं उहदी स्मृति, मैं उहदे नाल अपनी ख्यालों की डाढ़ी आस्था बना ली है। फिर क्या सगल घटा का अंतरजामी। गुरु अर्जन साहब वो कित्थे है जिहदे नाल तुसीं इहो जी अपना दी आस्था बनाई है। महाराज जी सगल घटा का अंतरजामी, अंदर दियां पढ़न वाला सारा सब करना घटां दे च बैठा होया है। पाओ बंदे
अपने आप को देख तू, अपने अंदर देख। वो हस्ती, वो शक्ति, वो लगातार तेनों आवाज़ां दे रही है, उस रूप में तेनों दस रही है, समझा रही है। तू ही ध्यान नहीं दे रहा उस पासे, ਉਹਦੀ बात ਇਹਦੇ 'ਚ हो रही है। रहा हो शुरुआती पदा ਇਹਦੇ 'ਚ गुरे अपने ऊपर बल जाइए, 8 पहर हर हर जस गाइए। गुरे अपने ऊपर बल जाइए। इस नाम दे राह, रब दी अपनत दे राह दे विच ਜਿਹੜੀ चीज़ सब तो वड्डी सहाई है साडे लई, वो साडा टीचर है, साडा गाइड है, साडा मास्टर है, साडी पूरी सपोर्ट आ, साडा पूरी तरह साडा कोच आ। वो कौन है? गुरु है। गुरु दे नाल हुण नातेदारी की है? सपोज करो, हालांकि फिर विनती करांगा कि इस अज दे जिहड़ा दौर है, अज दे हर चीज़ की जिहड़ी है कमर्शलाइजेशन कर दी गई। इस कमर्शल दौर दे विच, इस व्यापारीकरण के दौर दे विच असीं प्रोफैशनस नूं देखते हैगे आ। टीचिंग दा प्रोफैशन मतलब एक विद्या दाता कहते, विद्या देण वाला, विद्या दे जरिए सोर्स बनता देण दा, ਉਹਦਾ रुतबा, ਉਹਦੀ हस्ती कितनी वड्डी है। पर आप इन्हां मुल्कां 'च देखते हो चाइल्ड अब्यूज़ के केसिस, होर इहो ਜਿਹੇ केसिस या होर सब ये की है। लोकी तो कुछ होर सोचते सी, कुछ होर। इत्थों जाके फिर बहुत सारिया चीज़ां जिहड़ियां ने वो कई बारी बड़ियां बंदे लगदियां ने भी ये किवें होया। हाँ भाई, रीज़न ये है बंदे नूं कुछ वैसटर्न इंटरस्ट उस पासे लैके चले गए, वो मन करके उस खिते तो उसनूं धारण नहीं सी करना चाहुंदा। अदरवाइज जिहड़ा किसी नूं ज्ञान देना है, भाई गुरदास जी का पदा असीं पढ़ते हैं, जैसे सतमंदर कंचन के उसार दीना, तैसा पुन सिख कोई एक शब्द सिखाएगा। जिवें कोई दान करे सोने दे 7 मंदिर बना के, 7 वड्डियां इमारतां धर्म के नाम पर बना के दान कर दे, किड्डी वड्डी चीज़ है, बड़ी महंगी धात है। उन्ना फल जे कोई बंदा कहे भी हाँ इस फल मिलता आ, सिख को एक शब्द सिखाएगा। किसी नूं सही रूप से सिखित करने वास्ते एक शब्द, एक सच की बात कोई सिखा दी जाए, ये चीज़ है। उस्ताद का, टीचर का रुतबा यह है। पर क्योंकि वो कमर्शलाइजेशन के अंडर सब चीज़ां आ गई, तो समझ ना रही। अदरवाइज जो गुरु का रुतबा आ, जिहड़ा हुण बात आ रही है, इस करके गुरु महाराज ने कहा मैं तुहानूं कल्ली देह प्रस्तगी दे विच नहीं लगा रहा, किसी इंडिविजुअल नूं पूजा आस्था रूप गुरु के रूप में। ग्रंथ ते पंथ, ग्रंथ गुरु ग्रंथ साहिब ते पंथ पंजां दी रहनी सिखाण वाला, पंजां दा रूप जिहड़ा सानूं रहनी रहत च परपक करदा, सानूं पहल दिंदा। एक पंथक दस्तूर गुरु साहब ने चला के दिता, जिन्होंने असीं उस लैवल ते अगां फिर फॉलो किया कि पूरे इंस्टीट्यूशन उहदे तो गुरु अपने ऊपर बल जाइए, अपना आपा बलिहार कर देना, न्यौछावर कर देना, अपना आपा ही वेच देना। जे आपां देखीए तो गुरु महाराज दे जिहड़े असीं घर आउंदे आ ते गुरुद्वारा आउंदे आ, गुरुद्वारा आके असीं की करदे आ, मत्था रखते हैं, सिर रखते हैं। असल में गुरु में अपना सीस भेंट करते हैं असीं, हाँ गुरु मैं अपना आपा रखदा, बल जाऊँ, बलिहार जाना है। इसदा मायना यह है गुरु की मत लैनी, अपनी मत का त्याग करना, उसकी मत के अकॉर्डिंगली। असीं पिछे इसे समय की हाज़री दे विच जिहड़ा सीगा शब्द विचार के हटे सीगे कि जीवत मरै बूझै प्रभ सोए, जिउंदे भी रहना तो मर भी जाना। गुरु की मत लैके जिउना है, अपनी मत वालों मर जाना। आह गुरमत का कॉन्सैप्ट है। फिलोसफिकली गल कई बार भारी हो जाती है, सरल कर देना वा। जिवें भट्टां ने जदों एग्जाम्पल्स कीतियां गुरु अंगद महाराज बारे, तो उन्होंने कहा सी गुरु अंगद साहब कि तुहाडे बारे तो असीं कह सकते हैं, तू तां जनक राजा अवतार, शब्द संसार सार। साडे लई असल तू ही जनक का अवतार है। ये जनक करैक्टर बाणी चों जगह मिली, आखिरकार कुछ तो बात होगी, इतिहास के करैक्टर ने कुछ तो वो बात यह आती है कि जनक राजा सीगा ते वो उस तरीके दे नाल अपने धर्म नूं अपनाउणा चाहुंदा है, धार्मिक बिरती जाना चाहुंदा है। तो ये उसदी एक आस्था है उस तरीके नाल, पर उन्होंने कोई सही रूप में गाइड नहीं कर रहा, गाइडेंस नहीं मिल रही। क्योंकि राजा यार साधन संसाधन ने, लोग दूजे लोगों का वो सामने प्रभाव भी नहीं पैंदा, मन पर प्रभाव पैना बड़ा जरूरी है। खैर कहते दा कुल गुरु सी शायद शुक्र, तो वह बच्चा सीगा अष्टावक्र। वो है तो बड़ी लम्मी चौड़ी, मतलब सारी इतिहास की स्टोरी, पर मैं
टूक मात्र बयान करांगे। किते वो दरबार चल रहा सीगा तो अपने पिता नूं बुलाउण लई दरबार च आ गया। जो दरबार में आया तो सारे दरबारी हस पे। अष्टावक्र उन्होंने 8 शरीर के जो तुरदा सीगा, जिवें कुछ पोलियो वगैरह की प्रॉब्लम हो जाए तो तुरन दे उहदे शरीर च वल पैंदा है। जिहड़े 2 नहीं हसे वो एक उहदा पिता आ, एक राजा जनक आ। तो उन्हें कहा भी राजन आ की तू मूर्खां दी सारी महफिल इकट्ठी की, दरबार इकट्ठा किया। सारे चुप कर गए। बच्चे ने एड्डी वड्डी गल करती। कहते हाँ इन्हों ने मेरा चम देखा, मेरे उपर देखा तो कहे की लोग ने भावे चम का इस किस्म के नाल प्रभाव कबूल गए। जनक नूं गल बड़ी सियाणी लगी। जनक ने कहा मैं हो जे विचारां वाले बंदे की कदर करदा, पर मेरी एक होर है गल, मैनू कोई धार्मिक ज्ञान दे सकना तू? वो कहते भी राजन राजा समझ के कह रहे हैं मैनू, मैं तेरी रियाया का हिस्सा हाँ, फिर तो जो तू कहेगा मैं हुक्म मन्नागा। वो कहते नहीं 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 हुक्म नहीं कर रहा, मैं तो रजोई कर रहा, मैं तो एक शागिर्दगी के रूप एक शिष्य के रूप में बात कर लगा तेरे सामने। वो कहता फिर ये वास्ते प्रॉपर एक तरीका होंदा है। वो जिवें भारतीय खिते च पुराने समय तो इतिहास है होंदा है कि वो फिर गुरु दक्षिणा दी जाती है तो फिर वो दीख्या देंदा सब। वो कहता ठीक है गल ही कुछ नहीं, मैं दक्षिणा देने लगी। कहते भी चलो फिर मुहूर्त बकायदा तौर पर जिवें उन्होंने आया वो बनाया, सवेरे वो आया, उन्हें कहा भी जनक कहना भी दसो मैं हूँ तुहानूं गुरु धारण करके तुहाडे तो उस्ताद धारण करके तुहाडे तो मैं सिक्ख्या लैन लगा, मैनूं दसो। वो कहना भी लियाओ दक्षिणा लियाओ। वो कहना दक्षिणा ये है जो सी कहोगे वो हाजिर हो जाएगा। कहते तेरे कोल की कुछ है? कहना बड़ा कुछ है, महल है, कार है, मकान है, रानियाँ, बहुत कुछ इस तरीके नाल सारा कुछ इंतहा आ। कहना सारा कुछ दे दे, दक्षिणा सारा कुछ दे दे। वो बड़ा हैरान होया। कहना ठीक है जी, ज्ञान चाहिए तुसीं क्या? कहते सारा ही तेरा। ठीक। कहते कुछ होर है? कहते होर तो कुछ नहीं बचा। कहते फिर भी नज़र मार, राज भाग महल कोठियां रानियां आर औलाद सब कुछ देता, कुछ होर जिन्हों अपना समझदा मेरा आ? कहता हाँ आ शरीर है मेरा। कहना भी दे दे, शरीर भी देता। वो कहते जी बस हुण तो दिओ फिर देखिया। वो कहते देंगे पर जे भेटा पूरी नहीं हुई कोई होर चीज? कहना होर तो कुछ नहीं। कहते नहीं नहीं फिर मार चात। वो कहता होर की हो सकता? कहता वो जिहड़ा अंदर ये कह रहा वार वार तेनू कि किड्डा लालची आ बच्चा, पहली मुलाकात च सारा कुछ लै गया, वो जिहड़ा अंदर चल रहा मन वो लिया। वो कहता जी मन भी देता तू। कहता ठीक है हुण तेनू ज्ञान दे देने। तो शर्त रखी गई सी भी कि मेरे को बहुता समा नहीं, मैं राजा बंदा आ, मेरे को इन्ना टाइम कितने, घोड़े की रकाब में पैर पा के पलाठी मार के उपर दी चढ़द्या दूसरा पैर रकाब में पैण तो पहला मैनू ज्ञान होना चाहिए, मेरे अंदर का दीवा बल जाना चाहिए। वो कहता ठीक है ज्ञान हुणे दे देने। उन्हें जाके घोड़े की पैर रकाब में पैर पाया, उन्हें वापस बुला लिया। अष्टावक्र कहने लगा कि तो पुछ के पैर पाया वो? कहना की मतलब? कहना सजना ना तेरा घोड़ा ना तेरा शरीर ना तेरा मन, मैं तो हुक्म ही नहीं दिता तेन। ओहो आ की बन गया? कहना बस आही ज्ञान है होर कुछ नहीं। ये दुनिया ये संसार ये सब, इनू बाणी ने इस तरह बयान किया, यह जो दुनिया सिहर मेला दस्तगीरी ना, ये सिहर मेला है, ये जस्ट एक नगरी है वस रहे इस रूप चाह भी ये हिस्सा है, कोई चीज़ हाथ च फड़न वाली नहीं है। फिर जो बंदा इस लैवल पर आए फिर की अपने आप को बल कर दे, अपना बल हार जाए, बल्ला जाना ही है। इतने बचन कहा गुरे अपने ऊपर बल जाइए, 8 पहर हर हर जस गाइए। एंड दिस इज नॉट जस्ट ए टॉक दैट वी आर डिस्कसिंग समथिंग इन वर्ड्स ओनली, नो नो नो। महाराज इज सेइंग यू हैव टू अडॉप्ट इट प्रैक्टिकली इफ यू वांट टू गेट सम रिजल्ट्स। 8 पहर हर वक्त अपनी सुरत जहन में इस चीज़ को जोड़ा पक्या करना, उन्होंने वार वार रेपिटेशन ही सिमरन है। इनू लैके आ 8 पहर हर हर जस गाइए। अगला बचन लिखा महाराज ने, चरण कमल स्यों लागी प्रीत। फिर बात आई कल कॉल दे फुल के जरिए बड़ी डिटेल्ड असी डिस्कशन की सी। फिर कौल रूप चरना नाल प्रीत लगती है। अदरवाइज आप देखोगे जिन्नी क मत आ वो अकॉर्डिंगली एक
7-8 ਸਾਲ ਦਾ ਬੱਚਾ ਹੋਏ, ਉਹਦੇ ਸਾਹਮਣੇ ਇੱਕ ਗਲਾਸ ਜਿਹੜਾ ਆ ਉਹ ਕਿਸੇ ਕੋਲਡ ਡਰਿੰਕ ਦਾ, ਕੋਕ ਕਹਿ ਲਓ, ਈਵਨ ਕੋਕ ਹੀ ਕਹਿ ਲਓ ਤੁਸੀਂ, ਉਹ ਭਰ ਕੇ ਰੱਖ ਦਿਓ। ਦੂਸਰਾ ਉਹਦੇ ਨਾਲ ਫਰੈਸ਼ ਜੂਸ ਜਾਂ ਦੁੱਧ ਦਾ ਕੱਪ ਭਰ ਕੇ ਰੱਖ ਦਿਓ। ਬੱਚਾ ਕੀ ਚੋਇਸ ਬਣਾਏਗਾ? ਬਿਨਾਂ ਦਿਮਾਗ ਤੇ ਜ਼ੋਰ ਪਾਇਆ ਪਤਾ ਲੱਗ ਜਾਏਗਾ, ਕੋਕ ਚੱਕ ਕੇ ਪੀਏਗਾ। ਇੱਕ ਪਾਸੇ ਕੁਝ ਜਿਹੜਾ ਹੈਗਾ ਡਰਾਈ ਫਰੂਟ ਰੱਖ ਦਿਓ ਬੜਾ ਵਧੀਆ ਕਿਸਮ ਦਾ, ਦੂਸਰੇ ਪਾਸੇ ਇੱਕ ਬਹੁਤ ਚੀਪ ਕੈਂਡੀ ਮਿੱਠੇ ਦੀ ਇੱਕ ਲੋਲੀਪੌਪ ਰੱਖ ਦਿਓ। ਬੱਚੇ ਨੂੰ ਕੋਈ ਚੂਜ਼ ਕਰ, ਕੀ ਚੂਜ਼ ਕਰੇਗਾ? ਰਾਈਟ ਵੇ ਲੋਲੀਪੌਪ ਚੂਜ਼ ਕਰੇਗਾ। ਤੁਸੀਂ ਥੋੜ੍ਹੇ ਮੈਚਿਓਰ ਹੋ ਗਏ, ਸਿਆਣੇ, ਤੁਹਾਨੂੰ ਪਤਾ ਕੈਸੀ ਚੋਇਸ ਬਣਾ ਰਿਹਾ ਹੈਗਾ। ਜਿਸ ਥੋੜ੍ਹੇ ਵੱਡੇ ਹੋ ਕੇ ਉਸ ਲੈਵਲ 'ਤੇ ਇਸ ਕਿਸਮ ਨੂੰ ਸੋਚਦੇ ਹਾਂ, ਜੇ ਸਪਿਰਿਚੁਅਲੀ ਥੋੜ੍ਹੇ ਹੋਰ ਇਨਲਾਈਟਡ ਹੋ ਜਾਈਏ, ਫਿਰ ਦੇਖੀਏ ਸੰਸਾਰ 'ਚ ਸਾਡੀਆਂ ਚੋਇਸਿਸ ਕੀ ਨੇ। ਜਿਹੜਾ ਬਚਨ ਆਇਆ ਨਾ, ਮਹਾਰਾਜ ਨੇ ਬਿਆਨ ਕੀਤਾ ਕਿ ਬੰਦੇ ਚਰਨ ਕਮਲ ਸਿਓ ਲਾਗੀ ਪ੍ਰੀਤ, ਸਵੇਰ ਤੋਂ ਸ਼ਾਮ ਤੱਕ ਅੱਠੋਂ ਪਹਿਰ ਚੀਜ਼ਾਂ ਸਾਰਾ ਕੁਝ ਇਸ ਬਕਸੇ 'ਚ ਪਾਈ ਜਾਂਦੇ, ਇਕੱਠਾ ਕਰੀ ਜਾਂਦੇ, ਇਕੱਠਾ ਹੀ ਕਰਦੇ ਹਾਂ। ਜੋ ਸਵੇਰ ਤੋਂ ਆਲੇ ਦੁਆਲੇ ਮਾੜੀ ਪੈੜੀ ਕੋਝੀ ਜਿਹੜੀ ਜੋ ਘਟਨਾ ਆਲੇ ਦੁਆਲੇ ਗਲਤ ਘਟਤ ਹੋਈ ਹੈ, ਉਹ ਸਾਰੀ ਨੂੰ ਦਿਮਾਗ 'ਚ ਬੰਨ ਲਿਆ, ਕੂੜ ਇਕੱਠਾ ਕਰ ਲਿਆ ਸਾਰਾ। ਜੋ ਕੁਝ ਫੜਨਾ ਸੀਗਾ, ਸੱਚ, ਚੰਗਿਆਈ, ਅੱਛਿਆਈ, ਸ਼ੁਭਤਾ, ਖੁਸ਼ੀ, ਸਭ ਛੱਡਦੇ। ਆਹੀ ਸਾਡੀ ਕਮੀ ਹੈ। ਗੁਰੂ ਨਾਨਕ ਸਾਹਿਬ ਦਾ ਵੈਸੇ ਤਾਂ ਬਚਨ ਬਹੁਤ ਗਹਿਰਾ ਬਚਨ ਆ, ਕਿਸੇ ਦਿਨ ਬੜੀ ਡਿਟੇਲ 'ਚ ਵਿਆਖਿਆ ਕਰਾਂਗੇ। ਮਹਾਰਾਜ ਜਦੋਂ ਤਿਲੰਗ ਰਾਗ ਦੇ ਸ਼ੁਰੂਆਤੀ ਸ਼ਬਦ ਵਿੱਚ ਹੀ ਆਪਣੇ ਅੰਤਰ ਮਨ ਦੀ ਵਿਆਖਿਆ ਕਰਦੇ, ਸਾਨੂੰ ਸਮਝਾਉਂਦੇ, ਤੇ ਮਹਾਰਾਜ ਕਹਿੰਦੇ ਸ਼ਬਰੋਜ਼ ਗਸ਼ਤਮ ਦਰ ਹਵਾ ਕਰਦੇਮ ਬਦੀ ਖਿਆਲ, ਗਾਹੇ ਨਾ ਨੇਕੀ ਕਾਰ ਕਰਦਮ ਮਮ ਈਚੀ ਅਹਿਵਾਲ। ਤੁਸੀਂ ਆਪਣੇ ਮਨ ਦੀ ਦੁਨੀਆ ਕਹੋਗੇ ਬੜੀ ਚੰਗੀ ਹੈ, ਬੜੀ, ਬਾਬਾ ਨਾਨਕ ਕਹਿੰਦੇ ਮੈਂ ਤੁਹਾਨੂੰ ਆਪਣੇ ਮਨ ਦੀ ਹਾਲ ਸੁਣਾਉਂਦਾ। ਸ਼ਬਰੋਜ਼ ਗਸ਼ਤਮ, ਗਸ਼ਤਗੀਰ ਹੈ ਮਨ ਮੇਰਾ, ਮਾਈ ਕੌਨਸ਼ੀਅਸ ਇਜ਼ ਜਸਟ ਵਾਂਡਰਿੰਗ ਐਂਡ ਵਾਂਡਰਿੰਗ, ਨਥਿੰਗ ਐਲਸ। ਤੇ ਉਹਦੀ ਜਿਹੜੀ ਹੈ ਹਾਲਤ ਕੀ ਹੈ? ਜਿਵੇਂ ਹਵਾ ਨੂੰ ਤੁਸੀਂ ਗਸ਼ਤਗੀਰ ਹੁੰਦੀ ਨੂੰ ਦੇਖੋ, ਜਿਹੜੇ ਵਾਹ ਵਰੋਲੇ ਹੁੰਦੇ ਨੇ, ਵਾਹ ਵਰੋਲਿਆਂ ਦੀ ਹਵਾ ਕੀ ਕਰਦੀ ਹੈ? ਵਰਲਫੂਲ ਜਿਵੇਂ ਪਾਣੀ ਦਾ ਬਣਦਾ, ਇਸ ਤਰੀਕੇ ਨਾਲ ਜਦੋਂ ਹਵਾ ਦੇ ਵਿੱਚ ਸਾਰਾ ਕੂੜਾ ਇਕੱਠਾ ਕਰ ਲੈਂਦੇ। ਅੰਦਰ ਦੀ ਦੁਨੀਆ ਹੀ ਹੈ, ਬਸ ਕੂੜਾ ਇਕੱਠਾ ਕੀਤਾ ਸਾਰਾ, ਕਬਾੜਾ। ਕਰਨਾ ਤੇ ਕੀ ਸੀਗਾ? ਇਸ ਚਿੱਕੜ ਦੇ ਵਿੱਚੋਂ ਕੌਲ ਦੇ ਫੁੱਲ ਦਾ ਭਵਰਾ ਬਣਨਾ ਸੀ, ਜਿਹਨੂੰ ਮਹਾਰਾਜ ਨੇ ਕਿਹਾ ਦਾਦਰ ਤੂੰ ਕਭੈ ਨਾ ਜਾਣਸ ਰੇ, ਬਖਸ਼ ਸੀ ਬਾਲ ਬਸਸ ਨਿਰਮਲ ਜਲ, ਅੰਮ੍ਰਿਤ ਨਾ ਲਕਸ਼ ਰੇ। ਉਹ ਬੰਦੇ, ਇਹ ਸੰਸਾਰ ਹੈ ਤੇ ਚਿੱਕੜ ਵੀ ਹੈ, ਕਾਈ ਵੀ ਹੈ, ਪਰ ਚ ਕੌਲ ਦੇ ਫੁੱਲ ਵੀ ਖੜੇ ਨੇ। ਜੁੜ ਕਿਹਦੇ ਨਾਲ ਜੁੜੇਗਾ? ਇਹ ਤਾਂ ਸਾਹਿਬ ਕਹਿੰਦੇ ਹੁਣ ਬਾਤ ਬਣ ਗਈ, ਚਰਨ ਕਮਲ ਸਿਓ ਲਾਗੀ ਪ੍ਰੀਤ, ਸਾਚੀ ਪੂਰਨ ਨਿਰਮਲ ਰੀਤ। ਰੀਤ ਦਾ ਮਤਲਬ ਵੇ ਆਫ ਲਾਈਫ, the way of life which is appealing to me, that is pure, that is complete, and that is totally, actually without any doubt, that is superior. ਮੈਨੂੰ ਉਹ ਪ੍ਰੀਤ ਮਿਲ ਗਈ ਹੈ, ਮੇਰੀ ਉਸ ਕਿਸਮ ਦੀ ਲਗਨ ਲੱਗ ਗਈ ਹੈ। ਸੰਤ ਪ੍ਰਸਾਦ ਵਸੈ ਮਨ ਮਾਹੀ। ਗੁਰੂ ਮਹਾਰਾਜ ਸਾਡੇ ਤੇ ਵੀ ਤਰਸ ਕਰੋ, ਸਾਨੂੰ ਵੀ ਇਹ ਚੀਜ਼ ਦੇ ਦਿਓ। ਮਹਾਰਾਜ ਕਹਿੰਦੇ ਸੰਤ ਪ੍ਰਸਾਦ, ਸੰਤ ਦਾ ਮਤਲਬ ਗੁਰੂ ਦਾ ਤਰੁੱਠਣਾ ਆ। ਕਿਤੇ ਉਹ ਤਰੁੱਠ ਜਾਏ ਫਿਰ ਬਾਤ ਬਣਦੀ ਹੈ। ਜਨਮ ਜਨਮ ਕੇ ਕਿਲ ਵਿਖ ਜਾਏ, ਅਦਰਵਾਈਜ਼ ਜਨਮਾਂ ਜਨਮਾਂਤਰਾਂ ਦੇ ਬਣੇ ਹੋਏ ਕੋਝੇ ਸੰਸਕਾਰ ਕਿੱਥੇ ਛੱਡਦੇ ਬੰਦੇ ਨੂੰ, ਉਹ ਪਕੜ ਕੇ ਰੱਖਦੇ ਉਸ ਤਰੀਕੇ ਨਾਲ। ਜਨਮਾਂ ਜਨਮਾਂਤਰਾਂ ਦੀ ਕਾਲਕ ਉਹ ਕਿਲ ਵਿਖ ਲੈ ਜਾਂਦੇ। ਕਰ ਕਿਰਪਾ ਪ੍ਰਭ ਦੀਨ ਦਿਆਲਾ। ਗੁਰੂ ਅਰਜਨ ਸਾਹਿਬ ਕਹਿੰਦੇ ਹੇ ਸਭ ਤੇ ਤਰਸ ਕਰਨ ਵਾਲੇ, ਦੀਨਾਂ ਤੇ ਤਰਸ ਕਰਨ ਵਾਲੇ, ਦਇਆ ਦੇ ਕਰ ਰੱਬ ਜੀ, ਮੇਰੇ ਤੇ ਵੀ ਰਹਿਮਤ ਕਰ, ਨਾਨਕ ਮੰਗੈ ਸੰਤਰ ਵਾਲਾ। ਮੈਂ ਆਪਣੇ ਗੁਰੂ ਦੇ ਚਰਨਾਂ ਦੀ ਧੂੜ ਮੰਗਦਾ ਹਾਂ, ਗੁਰੂ ਦੇ ਚਰਨਾਂ ਦੀ ਧੂੜ। ਦੇਖੋ ਹਾਲਾਤ ਇਸ ਵਕਤ ਜਿਹੋ ਜਿਹੇ ਚੱਲ ਰਹੇ ਨੇ। ਅੱਜ ਕੱਲ੍ਹ ਤੱਕ ਅਸੀਂ ਸੰਗਤ ਤੁਰ ਕੇ ਆਉਂਦੇ ਸੀਗੇ, ਅੱਜ ਸੰਗਤ ਸਾਡੇ ਕੋਲ ਸਾਡੀ ਸਕਰੀਨ 'ਤੇ, ਸਾਡੇ ਡਿਵਾਈਸਿਸ ਦੇ ਜ਼ਰੀਏ ਸਾਡੇ ਕੋਲ ਪਹੁੰਚ ਰਹੀ ਹੈ। ਜਦੋਂ ਸੰਗਤ ਦੀ ਗੱਲ ਹੁੰਦੀ ਹੈ, ਸੰਗਤ ਸਰੀਰ ਦੇ ਰੂਪ ਦੇ ਵਿੱਚ ਨਹੀਂ, ਸ਼ਬਦ ਦੇ ਰੂਪ ਵਿੱਚ ਆ ਰਹੀ ਹੈ। ਹਾਲਾਤ ਬਦਲਣਗੇ, ਸ਼ਬਦ ਸਹਾਈ ਹੋਏਗਾ ਸਾਡੇ ਵਾਸਤੇ। ਇਸ ਸ਼ਬਦ ਦੇ ਨਾਲ ਜੁੜੇ ਰਹੋ, ਸ਼ਬਦ ਦੇ ਆਸ਼ੇ ਨੂੰ ਅਪਣਾਓ। ਰੱਬ ਜੀ ਅਕਾਲ ਪੁਰਖ ਵਾਹਿਗੁਰੂ ਦਾ ਪੈ ਪਾਵ ਰੱਖੋ ਤੇ ਮਾਲਕ ਦੇ ਚਰਨਾਂ 'ਚ ਸਭ ਦੇ ਭਲੇ, ਸਭ ਦੇ ਕਲਿਆਣ ਹਿੱਤ ਅਰਦਾਸ ਕਰੋ, ਐਫਰਟ ਪਾਓ। ਇਹ ਸਮਾਂ ਨਿਕਲੇਗਾ ਤੇ ਫਿਰ ਜਿਹੜੀ ਵਾਕਿਆ ਜਿਹਨੂੰ ਅਸੀਂ ਸ਼ੈਡੋਇੰਗ ਕਹਿੰਦੇ ਹਾਂ, ਜਿਹੜੀ ਸੰਗਤ ਅਸੀਂ ਹੁਮ ਹਮਾ ਕੇ ਕਰਦੇ ਉਸ ਰੂਪ ਦੇ ਵਿੱਚ, ਉਹਦਾ ਫਿਰ ਸਾਨੂੰ ਸਮਾਂ ਬਣੇਗਾ, ਮੌਕਾ ਬਣੇਗਾ। ਅਦਰਵਾਈਜ਼ ਮੈਂ ਸੱਚ ਕਹਿ ਰਿਹਾ,
ਜਦੋਂ ਕਿਤੇ ਸਭ ਚੀਜ਼ਾਂ ਹੋ ਰਹੀਆਂ ਸੀਗੀਆਂ, ਅੱਜ ਅਮਰੀਕਾ 'ਚ ਵੱਡੀ ਡਿਬੇਟ ਚੱਲ ਰਹੀ ਹੈ। Trump wants to open actually whole churches on the Sunday. Authorities are not allowing him to do it. And he's saying we need really prayer big time. ਸਾਨੂੰ ਹੁਣ ਪ੍ਰਾਰਥਨਾਵਾਂ ਦੀ ਜਿੰਨੀ ਲੋੜ ਹੈ ਇੰਨੀ ਕਦੀ ਲੋੜ ਪਈ ਨਹੀਂ। ਪਰ ਮੈਂ ਸੋਚਦਾ ਹਾਂ ਜਦੋਂ ਕਿਤੇ ਉਹ ਸਭ ਚੀਜ਼ਾਂ ਖੁੱਲੀਆਂ ਹੋਣਗੀਆਂ ਉਦੋਂ ਲੋਕੀ ਕੇਅਰ ਕਰਦੇ ਨੇ, ਕਾਦੀ ਕਰ ਰਿਹਾ ਕੋਈ ਨਾ, ਹੁਣ ਤਰਸ ਰਿਹਾ, ਕਿਤੇ ਮੌਕਾ ਬਣੇ, ਕਿਤੇ ਵਕਤ ਬਣੇ, ਕਿਤੇ। ਮੈਂ ਸੱਚ ਬਿਆਨ ਕਰਾਂ, ਸਮਾਂ ਆ, ਇਹਨੂੰ ਸੰਭਾਲ ਲਈਏ। ਅਦਰਵਾਈਜ਼ ਐਸਾ ਨਾ ਹੋਏ ਇੱਕ ਦਿਨ ਮਨ ਕਰੇ ਚਲੀਏ ਆਹ ਕੰਮ ਕਰੀਏ, ਹੋ ਨਾ ਸਕੇ, ਐਸਾ ਦਿਨ ਨਾ ਆਵੇ। ਉਦੋਂ ਪਹਿਲਾਂ ਅਸੀਂ ਇਸ ਰਾਹ 'ਤੇ ਤੁਰ ਪਈਏ। ਸਭ ਦੇ ਭਲੇ, ਸਭ ਦੇ ਕਲਿਆਣ ਹਿੱਤ ਦਿਲੀ ਅਰਦਾਸ ਕਰਦਿਆਂ ਹੋਇਆਂ ਸਮਾਪਤੀ ਕਰਦੇ ਹਾਂ। ਗੁਰਮੁਖ ਪਿਆਰੇ ਆ ਗਏ ਨੇ, ਬੜੇ ਸੁੰਦਰ ਅੰਦਾਜ਼ ਦੇ ਵਿੱਚ ਤੁਹਾਨੂੰ ਅਗਲਾ ਪ੍ਰੋਗਰਾਮ ਸਰਵਨ ਕਰਵਾਉਣਗੇ। ਮੈਨੂੰ ਇਜਾਜ਼ਤ ਦੇਣੀ, ਇੱਥੇ ਹੀ ਆਵਾਜ਼ ਦੇਣੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।